बहुत ਵੱਡੇ ਕੱਦ ਦੇ ਆਗੂ ਨੇ। ਢੀਂਡਸਾ ਪਰਿਵਾਰ ਹੋ ਗਿਆ, ਦੂਜੇ ਪਾਸੇ ਟਕਸਾਲੀ ਹੋ ਗਏ, ਰਣਜੀਤ ਸਿੰਘ ਬ੍ਰਹਮਪੁਰਾ ਹੋ ਗਏ, ਬੈਂਸ ਭਰਾ ਹੋ ਗਏ, ਖਹਿਰਾ ਸਾਹਿਬ ਹੋ ਗਏ। ਸਾਰੇ ਵੱਡੇ ਵੱਡੇ ਆਗੂ ਨੇ, ਸਾਡੇ ਸਾਰਿਆਂ ਦੇ ਵੱਡੇ ਵੱਡੇ ਜਿਹੜੇ ਆਪਾਂ ਕਹਿ ਲਈ ਕੱਦ ਨੇ, ਤੇ ਕੱਦ ਕਰਕੇ ਹੀ ਕਿਤੇ ਨਾ ਕਿਤੇ ਇਹ ਰੌਲਾ ਪੈ ਜਾਂਦਾ ਕਿ ਆਖਿਰ ਮੋਹਰੀ ਕਿਹਨੂੰ ਬਣਾਉਣਾ। ਕਾਰਾਂ ਚਲਾਉਣ ਵਾਲੇ ਇਹ ਗੱਲ ਸਮਝਦੇ ਆ ਵੀ ਇਹ ਹਉਮੈ ਛੱਡੀ ਨਹੀਂ ਜਾਣੀ। ਰਾਜਨੀਤੀ 'ਚ ਹਉਮੈ ਛੱਡਣੀ ਬਹੁਤ ਔਖੀ ਹੁੰਦੀ। ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇ, ਮੁੱਖ ਮੰਤਰੀ ਜਿਹੜਾ ਮਰਜ਼ੀ ਬਣਾ ਲਵੇ, ਕਿਉਂਕਿ ਇਹ ਵੀ ਚਰਚਾਵਾਂ ਛਿੜੀਆਂ ਕਿ ਟਕਸਾਲੀ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਸਿੱਧੂ ਨੂੰ ਵੀ ਚਾਹੁੰਦੇ ਹਾਂ ਕਿ ਸਿੱਧੂ ਵੀ ਕਾਂਗਰਸ ਛੱਡ ਕੇ ਸਾਡੇ ਨਾਲ ਆ ਜਾਵੇ, ਅਸੀਂ ਸਿੱਧੂ ਨੂੰ ਮੋਹਰੇ ਲਾਉਣ ਲਈ ਤਿਆਰ ਹਾਂ। ਜੇ ਸਿੱਧੂ ਸਾਹਿਬ ਆ ਜਾਣ ਤਾਂ ਕੋਈ ਹਰਜ ਨਹੀਂ। ਜੇ ਕੋਈ ਚੰਗਾ ਸੱਜਣ ਆਉਂਦਾ, ਮੈਂ ਤਾਂ ਹਮੇਸ਼ਾ ਦਰਵਾਜ਼ਾ ਖੁੱਲ੍ਹ ਕੇ ਕਹਿੰਦਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਊਗਾ। ਮੈਂ ਅੱਜ ਕਹਿ ਦਿਆਂ, ਕਿਸੇ ਦਾ ਨਾਂ ਲੈ ਦਿਆਂ, ਤੇ ਕਈ ਸਾਰੀਆਂ ਹਰਡਲਸ ਖੜੀਆਂ ਹੋ ਜਾਂਦੀਆਂ। ਕਈ ਸਾਰੇ ਲੋਕ ਬੈਕ ਮਾਰ ਜਾਣਗੇ ਵੀ ਇਹਨਾਂ ਨੇ ਤਾਂ ਪਹਿਲਾਂ ਹੀ ਚੀਫ ਮਿਨਿਸਟਰ ਅਨਾਉਂਸ ਕਰਤਾ। ਤਿਆਰੀ ਤਾਂ ਪਹਿਲੀ ਕਰਨੀ ਪੈਣੀ ਹੈ, ਤਿਆਰੀ ਪਹਿਲਾਂ ਹੋਊਗੀ ਫੇਰ ਹੀ, ਕਿਉਂਕਿ ਪਿਛਲੀ ਵਾਰ ਵੀ ਇਹੀ ਗਲਤੀਆਂ ਹੋਈਆਂ, ਮੌਕੇ ਤੇ ਜਾ ਕੇ ਤੀਜੇ ਬਦਲ ਦੀਆਂ ਗੱਲਾਂ ਹੋਈਆਂ ਤੇ ਉਹ ਇੰਨੀਆਂ ਸਫਲ ਨਹੀਂ ਰਹੀਆਂ। ਸੰਨ 47 ਤੋਂ ਬਾਅਦ ਕਿਸੇ ਨੇ ਪਾਣੀਆਂ ਦੀ ਕੀਮਤ ਨਹੀਂ ਮੰਗੀ। ਸਿਰਫ ਅਸੀਂ ਜਦੋਂ ਕੀਮਤ ਮੰਗੀ ਤਾਂ ਚੱਕ ਕੇ ਲਿਜਾ ਕੇ ਵਿਧਾਨ ਸਭਾ ਦੇ ਗੇਟ ਤੇ ਵੀ ਬਾਹਰ ਸਿੱਟ ਸਕਦੇ ਸੀ। ਉਹ ਚੱਕ ਕੇ ਲਿਜਾ ਕੇ ਕੰਟੀਨ ਤੋਂ ਪਰੇ ਦੂਰ ਜਾ ਕੇ ਸਿੱਟਿਆ। ਕੋਈ ਚਿੰਤਾ ਨਹੀਂ, ਕੋਈ ਤਕਲੀਫ ਨਹੀਂ, ਕੋਈ ਗਿਲਾ ਵੀ ਨਹੀਂ। ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ, ਉਹ ਸੌਂ ਗਿਆ। ਅਕਾਲੀ ਦਲ ਦਾ ਪ੍ਰਧਾਨ ਕਹਿੰਦਾ ਅਸੀਂ ਕਿਸੇ ਹੱਦ ਤੱਕ ਵੀ ਜਾ ਸਕਦੇ ਹਾਂ, ਹੁਣ ਤੂੰ ਚੀਨ ਦੀ ਹੱਦ ਤੇ ਤਾਂ ਜਾ ਨਹੀਂ ਸਕਦਾ, ਇੱਕ ਰਜ਼ਾਈਨ ਲਓ। ਮੈਂ ਕਹਿੰਦਾ ਵੀ ਬੀਬੀ ਹਰਸਿਮਰਤ ਸਵੇਰੇ ਰਜ਼ਾਈਨ ਦਵੇ ਤੇ ਆ ਕੇ ਲੋਕਾਂ ਦੀ ਕਚਹਿਰੀ 'ਚ, ਲੋਕਾਂ ਦੀ, ਜੱਟਾਂ ਦੀ, ਜ਼ਿਮੀਂਦਾਰਾਂ ਦੀ, ਪੰਜਾਬ ਨੂੰ ਬਚਾਉਣ ਲਈ ਗੱਲ ਤਾਂ ਕਰਨ। ਵੀ ਉੱਥੇ ਅੰਦਰ ਜਾ ਕੇ ਸਾਈਨ ਕਰੇ ਆਉਂਦੇ ਆ, ਬਾਹਰ ਆ ਕੇ ਕਿਸੇ ਹੱਦ ਤੱਕ ਚਲੇ ਜਾਂਦੇ ਆ। ਉਹ ਸਾਨੂੰ ਤਾਂ ਅੱਜ ਤੱਕ ਆਈ ਨਹੀਂ ਸਮਝ ਲੱਗੀ ਵੀ ਇਹਨਾਂ ਦੀ ਹੱਦ ਕਿੱਥੋਂ ਕੁ ਤੱਕ ਆ। ਜਾਖੜ ਸਾਹਿਬ ਕਾਂਗਰਸ ਰੂਲਿੰਗ ਪਾਰਟੀ ਆ, ਉਹ ਕੰਪੀਟੈਂਟ ਆ। ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਤੁਸੀਂ ਕਹਿੰਦੇ ਅਸੀਂ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਰੌਲਾ ਪਾਵਾਂਗੇ। ਉਹ ਪਹਿਲਾਂ ਉੱਥੇ ਜਾਂਦਿਆਂ ਨੂੰ ਜੇ ਪੁੱਛ ਲਵੇ ਵੀ ਤੁਸੀਂ ਵਿਧਾਨ ਸਭਾ 'ਚ ਰੱਦ ਕਰਿਆ ਏ। ਨਵਜੋਤ ਸਿੰਘ ਸਿੱਧੂ ਬੜੇ ਲੰਮੇ ਸਮੇਂ ਤੋਂ ਚੁੱਪ ਨੇ। ਇਹ ਚੁੱਪ ਕੀ ਮੰਨੀਏ, ਮਾਇਨੇ ਕੀ ਮੰਨੀਏ? ਤੁਹਾਨੂੰ ਕੀ ਲੱਗਦਾ ਕਿ ਹੁਣ ਤਾਂ ਬਹੁਤ ਸਮਾਂ ਹੋ ਗਿਆ, ਹੁਣ ਤਾਂ ਬੋਲ ਪੈਣਾ ਚਾਹੀਦਾ ਕੁਝ? ਪਰ ਸਮਾਂ ਆਉਣ ਤੇ ਉਹਨੇ ਚੁੱਪ ਰਹਿਣਾ ਨਹੀਂਗਾ। ਮੈਂ ਉਹਨੂੰ ਨੇੜੇ ਹੋ ਕੇ ਜਾਣਦਾ ਆ। ਉਹ ਚੁੱਪ 'ਚ ਵੀ ਇੱਕ ਸਵਾਲ ਆ। ਸਾਰੀ ਪ੍ਰੈਸ ਸਵਾਲ ਕਰਦੀ ਹੈ ਵੀ ਕਿਉਂ ਚੁੱਪ ਆ, ਕਿਉਂ ਚੁੱਪ ਆ, ਕਿਉਂ ਚੁੱਪ ਆ। ਤੇ ਬੋਲੂਗਾ ਉਹ। ਸੱਚਾ ਬੰਦਾ ਬਹੁਤੀ ਦੇਰ ਚੁੱਪ ਵੀ ਨਹੀਂ ਰਹਿ ਸਕਦਾ। 2022 ਦੀਆਂ ਚੋਣਾਂ ਬੇਸ਼ੱਕ ਦੂਰ ਨੇ, ਪਰ ਚਰਚਾਵਾਂ ਛਿੜ ਗਈਆਂ ਨੇ ਕਿ ਤੀਜਾ ਬਦਲ ਇਸ ਵਾਰ ਲੋਕਾਂ ਨੂੰ ਦੇ ਕੇ ਰਹਾਂਗੇ। ਸਾਡੇ ਨਾਲ ਬਲਵਿੰਦਰ ਬੈਂਸ ਨੇ। ਬੈਂਸ ਸਾਹਿਬ, ਤੀਜੇ ਧੜੇ ਦੀਆਂ ਦੁਬਾਰਾ ਚਰਚਾਵਾਂ ਛਿੜ ਗਈਆਂ। 2019 ਦੇ ਵਿੱਚ ਉਹ ਚਰਚਾ ਜਿਹੜੀ ਛਿੜੀ ਸੀ ਪਹਿਲਾਂ, ਉਹ ਕਾਮਯਾਬ ਨਹੀਂ ਹੋ ਸਕੀ। ਐਤਕੀ ਫਿਰ ਟਕਸਾਲੀ ਕਹਿੰਦੇ ਨੇ ਕਿ ਤੀਜਾ ਬਦਲ ਦੇ ਕੇ ਰਵਾਂਗੇ ਤੇ ਜਿਹੜੇ ਹਮਖਿਆਲੀ ਬੰਦੇ ਨੇ ਇਕੱਠੇ ਕਰਕੇ ਰਹਾਂਗੇ। ਕਿਵੇਂ ਦੇਖਦੇ ਹੋ? ਲੋਕ ਤੀਜਾ ਬਦਲ ਚਾਹੁੰਦੇ ਆ, ਕੋਈ ਸ਼ੱਕ ਨਹੀਂ। ਲੋਕ ਤੀਸਰੇ ਬਦਲ ਦੀ ਸਰਕਾਰ ਵੀ ਬਣਾਉਣਾ ਚਾਹੁੰਦੇ ਆ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਪਰ ਇਹ ਕਿੰਨਾ ਕੁ ਕਾਰਗਰ ਸਿੱਧ ਹੁੰਦਾ, ਇਹ ਸੋਚਣ ਵਾਲੀ ਗੱਲ ਆ। ਪਾਰਲੀਮੈਂਟ ਦੇ ਵਿੱਚ ਚਰਚਾ ਚੱਲੀ ਸੀ, ਪਰ ਜੇ ਮੈਂ ਕਹਾਂ ਕਿ ਦਿਸ ਇਜ਼ ਅਨਫਾਰਚੂਨੇਟਲੀ, ਬਦਕਿਸਮਤੀ ਆ ਵੀ ਉਹ ਕਿਸੇ ਢੰਗ ਨਾਲ ਬਹੁਤੀ ਕਾਰਗਰ ਸਾਬਤ ਨਹੀਂ ਹੋ ਸਕੀ। ਔਰ ਇਹ ਸਮੇਂ ਦੀ ਲੋੜ ਹੈ। ਜਿਹੜੇ ਰਾਜਨੀਤਿਕ ਲੋਕ ਗੱਲਾਂ ਕਹਿੰਦੇ ਆ ਪਰ ਕਈ ਵਾਰੀ ਕਰਦੇ ਨਹੀਂ ਗੇ ਉਹਨਾਂ ਨੂੰ। ਅਤੇ ਜੇ ਉਹ ਸਾਫ਼ ਮਨ ਹੋ ਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਜਾਣ, ਇੱਕ ਸੋਚ ਵਾਲੇ, ਜਿਹੜੇ ਪੰਜਾਬ ਨੂੰ, ਪੰਜਾਬ ਕੱਲ੍ਹ ਸੋਨੇ ਦੀ ਚਿੜੀ ਸੀ ਅਤੇ ਅੱਜ ਵੀ ਹੈਗਾ, ਕੋਈ ਸ਼ੱਕ ਨਹੀਂ ਇਹਦੇ 'ਚ। ਅਤੇ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ, ਜਿਹੜੇ ਇਮਾਨਦਾਰ ਲੋਕ ਆ, ਜੇ ਉਹ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਜਾਣ, ਦੁਨੀਆ ਦੀ ਕੋਈ ਤਾਕਤ ਆਉਣ ਵਾਲੀ ਸਰਕਾਰ ਨੂੰ ਰੋਕ ਹੀ ਨਹੀਂ ਸਕਦੀ। ਮੈਂ ਸਭ ਕਿਵੇਂ ਦੇਖੀਏ, ਪਿਛਲੀ ਵਾਰ ਵੀ ਤੀਜੇ ਧੜੇ ਦੀਆਂ ਗੱਲਾਂ ਬੜੇ ਵੱਡੇ ਪੱਧਰ 'ਤੇ ਉੱਠੀਆਂ ਸੀ, ਪਰ ਐਤਕੀ ਫਿਰ ਦੁਬਾਰਾ ਉਹ ਚਰਚਾ ਛਿੜੀ ਹੈ। ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਹੈ ਕਿ ਬਹੁਤ ਵੱਡੇ ਕੱਦ ਦੇ ਆਗੂ ਨੇ। ਢੀਂਡਸਾ ਪਰਿਵਾਰ ਹੋ ਗਿਆ, ਦੂਜੇ ਪਾਸੇ ਟਕਸਾਲੀ ਹੋ ਗਏ, ਰਣਜੀਤ ਸਿੰਘ ਬ੍ਰਹਮਪੁਰਾ ਹੋ ਗਏ, ਬੈਂਸ ਭਰਾ ਹੋ ਗਏ, ਖਹਿਰਾ ਸਾਹਿਬ ਹੋ ਗਏ। ਸਾਰੇ ਵੱਡੇ ਵੱਡੇ ਆਗੂ ਨੇ, ਸਾਡੇ ਸਾਰਿਆਂ ਦੇ ਵੱਡੇ ਵੱਡੇ ਜਿਹੜੇ ਆਪਾਂ ਕਹਿ ਲਈ ਕੱਦ ਨੇ, ਤੇ ਕੱਦ ਕਰਕੇ ਹੀ ਕਿਤੇ ਨਾ ਕਿਤੇ ਇਹ ਰੌਲਾ ਪੈ ਜਾਂਦਾ ਕਿ ਆਖਿਰ ਮੋਹਰੀ ਕਿਹਨੂੰ ਬਣਾਉਣਾ। ਤੁਸੀਂ ਕਿਵੇਂ ਦੇਖਦੇ ਹੋ? ਜਿਹੜੇ ਮੋਹਰੀ ਬਣਾਉਣ ਵਾਲੀ ਗੱਲ ਆ, ਉਹ ਤੁਹਾਡੀ ਗੱਲ ਬਿਲਕੁਲ ਦਰੁਸਤ ਆ। ਅਸਲ 'ਚ ਜੇ ਇਕੱਠੇ ਹੋਣਾ, ਫਿਰ ਕਿਤੇ ਨਾ ਕਿਤੇ ਸਵਾਰਥ ਛੱਡਣਾ ਪੈਣਾ, ਫਿਰ ਕਿਤੇ ਨਾ ਕਿਤੇ ਆਪਣੀ ਨਿੱਜ ਹਉਮੈ ਛੱਡਣੀ ਪੈਣੀ ਆ। ਫਿਰ ਇਹ ਦੇਖਣਾ ਪਊਗਾ ਕਿ ਕੰਪੀਟੈਂਟ ਕੌਣ ਆ। ਫਿਰ ਇਹ ਦੇਖਣਾ ਪਊਗਾ ਵੀ ਜਿਹੜਾ ਅਸੀਂ ਇਕੱਠ ਕਰਨ ਲੱਗੇ ਆ, ਇਹਨੂੰ ਕੌਣ ਚਲਾ ਸਕੂਗਾ। ਤੇ ਜੇ ਇਹ ਗੱਲਾਂ ਨਾ ਵਾਚੀਆਂ ਗਈਆਂ ਤਾਂ ਫਿਰ ਸਰਕਾਰਾਂ ਚਲਾਉਣ ਵਾਲੇ ਇਹ ਗੱਲ ਸਮਝਦੇ ਆ ਵੀ ਇਹ
ਹਉਮੈ ਛੱਡੀ ਨਹੀਂ ਜਾਣੀ। ਰਾਜਨੀਤੀ 'ਚ ਹਉਮੈ ਛੱਡਣੀ ਬਹੁਤ ਔਖੀ ਹੁੰਦੀ। ਬੈਂਸ ਭਰਾ ਕਿਵੇਂ ਦੇਖਦੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦਾ ਕੋਈ ਗੱਠਜੋੜ ਬਣਦਾ? ਹਾਲੇ ਤੱਕ ਤੁਹਾਡੇ ਤੱਕ ਕੋਈ ਪਹੁੰਚ ਹੋਈ? ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਹਾਲੇ ਤੱਕ? ਹਜੇ ਤੱਕ ਬਹੁਤੀ ਨਹੀਂ। ਤੇ ਜੇ ਇਹ ਗੱਠਜੋੜ ਹੋਏਗਾ ਤੇ ਡੈਫੀਨੇਟਲੀ ਅਸੀਂ ਉਹਦਾ ਸਵਾਗਤ ਕਰਦੇ ਹਾਂ। ਬੈਂਸ ਭਰਾਵਾਂ ਦੀ ਕੋਈ ਸ਼ਰਤ ਤਾਂ ਨਹੀਂ ਹੈਗੀ ਕਿ ਸਾਨੂੰ ਵੀ ਕੋਈ ਸੀਟ ਦਿੱਤੀ ਜਾਵੇ, ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇ, ਮੁੱਖ ਮੰਤਰੀ ਜਿਹੜਾ ਮਰਜ਼ੀ ਬਣਾ ਲਵੇ? ਕਿਉਂਕਿ ਇਹ ਵੀ ਚਰਚਾਵਾਂ ਛਿੜੀਆਂ ਕਿ ਟਕਸਾਲੀ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਸਿੱਧੂ ਨੂੰ ਵੀ ਚਾਹੁੰਦੇ ਹਾਂ ਕਿ ਸਿੱਧੂ ਵੀ ਕਾਂਗਰਸ ਛੱਡ ਕੇ ਸਾਡੇ ਨਾਲ ਆ ਜਾਵੇ, ਅਸੀਂ ਸਿੱਧੂ ਨੂੰ ਮੋਹਰੇ ਲਾਉਣ ਲਈ ਤਿਆਰ ਹਾਂ। ਕੀ ਬੈਂਸ ਭਰਾ ਵੀ ਤਿਆਰ ਨੇ? ਜੇ ਸਿੱਧੂ ਸਾਹਿਬ ਆ ਜਾਣ ਤਾਂ ਕੋਈ ਹਰਜ ਨਹੀਂ। ਜੇ ਕੋਈ ਚੰਗਾ ਸੱਜਣ ਆਉਂਦਾ, ਮੈਂ ਤਾਂ ਹਮੇਸ਼ਾ ਦਰਵਾਜ਼ਾ ਖੁੱਲ੍ਹ ਕੇ ਕਹਿੰਦਾ ਕਿ ਆ ਜਾਏ। ਤਾਂ ਇਹ ਫੈਸਲਾ ਹਜੇ ਲੋਕਾਂ ਨੇ ਕਰਨਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਊਗਾ। ਮੈਂ ਅੱਜ ਕਹਿ ਦਿਆਂ, ਕਿਸੇ ਦਾ ਨਾਂ ਲੈ ਦਿਆਂ, ਤੇ ਕਈ ਸਾਰੀਆਂ ਹਰਡਲਸ ਖੜੀਆਂ ਹੋ ਜਾਂਦੀਆਂ। ਕਈ ਸਾਰੇ ਲੋਕ ਬੈਕ ਮਾਰ ਜਾਣਗੇ ਵੀ ਇਹਨਾਂ ਨੇ ਤਾਂ ਪਹਿਲਾਂ ਹੀ ਚੀਫ ਮਿਨਿਸਟਰ ਅਨਾਉਂਸ ਕਰਤਾ। ਇਹ ਸਾਰਾ ਕੁਝ ਸਮੇਂ ਨਾਲ ਤੈਅ ਹੁੰਦਾ ਤੇ ਸਮਾਂ ਜਿਹੜਾ ਉਹ ਹਜੇ ਬਹੁਤੇ ਲੋਕ ਇਹ ਸੋਚਦੇ ਵੀ 22 ਦੂਰ ਹੈ, ਪਰ ਮੈਨੂੰ ਇਦਾਂ ਲੱਗਦਾ ਵੀ 22 ਦਰਵਾਜ਼ੇ ਤੇ ਖੜੀ ਹੈ। ਕਿਉਂਕਿ ਤਿਆਰੀ ਤਾਂ ਪਹਿਲੀ ਕਰਨੀ ਪੈਣੀ ਹੈ, ਤਿਆਰੀ ਪਹਿਲਾਂ ਹੋਊਗੀ ਫੇਰ ਹੀ। ਕਿਉਂਕਿ ਪਿਛਲੀ ਵਾਰ ਵੀ ਇਹੀ ਗਲਤੀਆਂ ਹੋਈਆਂ, ਮੌਕੇ ਤੇ ਜਾ ਕੇ ਤੀਜੇ ਬਦਲ ਦੀਆਂ ਗੱਲਾਂ ਹੋਈਆਂ ਤੇ ਉਹ ਇੰਨੀਆਂ ਸਫਲ ਨਹੀਂ ਰਹੀਆਂ। ਸਫਲ ਨਹੀਂ ਹੋਈਆਂ, ਉਹ ਇਸੇ ਕਰਕੇ ਸਫਲ ਨਹੀਂ ਹੋਈਆਂ ਵੀ ਮੌਕੇ ਤੇ ਜਾ ਕੇ ਹੋਈਆਂ। ਪਰ ਅਸੀਂ ਬਿਨਾਂ ਕਿਸੇ ਸਵਾਰਥ ਤੋਂ, ਕੋਈ ਸਵਾਰਥ ਨਹੀਂ, ਇੱਕ ਸਵਾਰਥ ਜ਼ਰੂਰ ਹੈ ਕਿ ਪੰਥ ਦੀ ਤੇ ਪੰਜਾਬ ਦੀ ਚੜ੍ਹਦੀ ਕਲਾ ਹੋਏ। ਆਹ ਸਵਾਰਥ ਹੈ ਮੇਰਾ। ਜੇ ਮੈਨੂੰ ਕੋਈ ਪੁੱਛੇ ਵੀ ਤੇਰੀ ਇੱਛਾ ਕੀ ਹੈ, 5 ਦਿਨ ਅਸੀਂ ਸਾਈਕਲ ਚਲਾਉਣਾ ਹੁਣ ਇਹੋ ਜਿਹੀ ਗਰਮੀ 'ਚ, ਹੈ ਨਾ। 5 ਦਿਨ ਸਾਈਕਲ ਚਲਾਉਣ ਦਾ ਮਤਲਬ ਕੋਈ ਸਵਾਰਥ ਤਾਂ ਨਹੀਂ ਨਾ। ਸਵਾਰਥ ਸਿਰਫ ਇੱਕ ਹੈਗਾ ਆ, ਉਹ ਮੈਨੂੰ ਕਹਿਣ 'ਚ ਕੋਈ ਹਰਜ ਨਹੀਂ, ਕਿ ਮੇਰਾ ਪੰਜਾਬ ਵਸਦਾ ਰਹੇ, ਮੇਰੀ ਆਉਣ ਵਾਲੀ ਪੀੜ੍ਹੀ ਸੁੱਖ ਨਾਲ ਸੌਂ ਸਕੇ, ਮੇਰੇ ਰਾਜ ਦਾ ਕਿਸਾਨ ਦਰਖਤਾਂ ਨਾਲ ਲਟਕ ਕੇ ਫਾਹ ਨਾ ਲਵੇ। ਇਹੀ ਸਵਾਰਥ ਹੈ, ਇਹ ਬਚਾਉਣਾ ਚਾਹੁੰਦੇ ਆ, ਪੰਜਾਬ ਬਚਾਉਣਾ ਚਾਹੁੰਦੇ ਆ। ਮੈਂ ਤਾਂ ਕਈ ਵਾਰੀ ਵਿਧਾਨ ਸਭਾ 'ਚ ਤੁਸੀਂ ਦੇਖਿਆ, ਤੁਹਾਡੀ ਹਾਜ਼ਰੀ 'ਚ ਕੁੱਟ ਵੀ ਖਾਧੀ ਹੈ। ਸੰਨ 47 ਤੋਂ ਬਾਅਦ ਕਿਸੇ ਨੇ ਪਾਣੀਆਂ ਦੀ ਕੀਮਤ ਨਹੀਂ ਮੰਗੀ। ਸਿਰਫ ਅਸੀਂ ਜਦੋਂ ਕੀਮਤ ਮੰਗੀ ਤਾਂ ਚੱਕ ਕੇ ਲਿਜਾ ਕੇ ਵਿਧਾਨ ਸਭਾ ਦੇ ਗੇਟ 'ਤੇ ਵੀ ਬਾਹਰ ਸਿੱਟ ਸਕਦੇ ਸੀ, ਉਹ ਚੱਕ ਕੇ ਲਿਜਾ ਕੇ ਕੰਟੀਨ ਤੋਂ ਪਰੇ ਦੂਰ ਜਾ ਕੇ ਸਿੱਟਿਆ। ਕੋਈ ਚਿੰਤਾ ਨਹੀਂ, ਕੋਈ ਤਕਲੀਫ ਨਹੀਂ, ਕੋਈ ਗਿਲਾ ਵੀ ਨਹੀਂ। ਵੈਸੇ ਤੁਸੀਂ ਪਾਣੀ ਦੀ ਗੱਲ ਕੀਤੀ, ਤੁਹਾਨੂੰ ਹੁਣ ਇਹ ਵੀ ਤੁਹਾਡੇ ਧਿਆਨ 'ਚ ਹੋਣਾ ਕਿ ਬੈਂਸ ਸਾਹਿਬ ਵੀ ਕਰਦੇ ਰਹੇ ਗੱਲ ਇਸ ਮੁੱਦੇ 'ਤੇ। ਇੱਕ ਹੁਣ ਸਾਰੇ ਦਰਿਆਵਾਂ ਨੂੰ, ਦਰਿਆਈ ਪਾਣੀ ਨੂੰ ਜੋੜਨ ਦੀਆਂ ਚਰਚਾਵਾਂ ਚੱਲ ਰਹੀਆਂ। ਇੱਕ ਪਾਸੇ ਤਾਂ ਰਾਈਪੇਰੀਅਨ ਸੂਬਾ ਹੋਣ ਦੇ ਬਾਵਜੂਦ ਸਾਨੂੰ ਸਾਡੇ ਅਧਿਕਾਰ ਨਹੀਂ ਮਿਲ ਰਹੇ, ਸਾਡਾ ਲਗਾਤਾਰ ਪਾਣੀ ਜਾ ਰਿਹਾ, ਕੋਈ ਹਾਲੇ ਤੱਕ ਉਹਦੀ ਰਿਐਲਿਟੀ ਮਿਲੀ ਨਹੀਂ, ਹੱਕ ਨਹੀਂ ਮਿਲਿਆ। ਦੂਜੇ ਪਾਸੇ ਜਦੋਂ ਇੰਟਰ ਕਨੈਕਸ਼ਨ ਹੋ ਜਾਊਗਾ ਫਿਰ ਤਾਂ ਸਿੱਧੇ ਤੌਰ 'ਤੇ ਰਾਈਪੇਰੀਅਨ ਐਕਟ ਦਾ ਕੋਈ ਮਤਲਬ ਨਹੀਂ ਰਹਿ ਜਾਣਾ। ਅਸਲ 'ਚ ਅਕਾਲੀ ਦਲ, ਜਿਹੜੀ ਸ਼ਹੀਦਾਂ ਦੀ ਜਥੇਬੰਦੀ, ਉਹ ਸੌਂ ਗਿਆ। ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਨਾ, ਅੱਜ ਕਿੱਥੇ? ਅੱਜ ਸਿਰਫ ਤੇ ਸਿਰਫ ਇੱਕ ਵਜ਼ਾਰਤ ਲਈ ਪੰਜਾਬ ਖੂਹ 'ਚ ਚਲੇ ਜਾਏ, ਉਹਨਾਂ ਨੂੰ ਕੋਈ ਚਿੰਤਾ ਨਹੀਂ। ਪੰਜਾਬ ਦਾ ਅਕਾਲੀ ਦਲ ਦਾ ਪ੍ਰਧਾਨ ਕਹਿੰਦਾ ਅਸੀਂ ਕਿਸੇ ਹੱਦ ਤੱਕ ਵੀ ਜਾ ਸਕਦੇ ਹਾਂ, ਹੁਣ ਤੂੰ ਚੀਨ ਦੀ ਹੱਦ 'ਤੇ ਤਾਂ ਜਾ ਨਹੀਂ ਸਕਦਾ, ਇੱਕ ਰਿਜ਼ਾਈਨ ਆ ਲਓ। ਮੈਂ ਕਹਿੰਦਾ ਵੀ ਬੀਬੀ ਹਰਸਿਮਰਤ ਸਵੇਰੇ ਰਿਜ਼ਾਈਨ ਦੇਵੇ ਤੇ ਆ ਕੇ ਲੋਕਾਂ ਦੀ ਕਚਹਿਰੀ 'ਚ, ਲੋਕਾਂ ਦੀ, ਜੱਟਾਂ ਦੀ, ਜ਼ਿਮੀਂਦਾਰਾਂ ਦੀ, ਪੰਜਾਬ ਨੂੰ ਬਚਾਉਣ ਲਈ ਗੱਲ ਤਾਂ ਕਰਨ। ਜੇ ਗੱਲ ਸਿਰਫ ਇੱਕੋ ਹੀ ਆ ਵੀ ਅਸੀਂ ਕਿਸੇ ਹੱਦ ਤੱਕ ਚੱਲ ਜਾਵਾਂਗੇ, ਉਹ ਕਦੋਂ ਨੂੰ ਚੱਲ ਜਾਓਗੇ? ਤੁਸੀਂ ਅੱਜ ਬੰਸਰੀ ਵਜਾਈ ਜਾਂਦੇ ਆ, ਪੰਜਾਬ ਸੜੀ ਜਾਂਦਾ, ਤੇ ਬੰਸਰੀ ਵਜਾਉਣੀ ਬੰਦ ਕਰ ਦਿਓ। ਲੋਕ ਸਮਝਦੇ ਆ ਇਹਨਾਂ ਗੱਲਾਂ ਨੂੰ ਵੀ ਉੱਥੇ ਅੰਦਰ ਜਾ ਕੇ ਸਾਈਨ ਕਰੇ ਆਉਂਦੇ ਆ, ਬਾਹਰ ਆ ਕੇ ਕਿਸੇ ਹੱਦ ਤੱਕ ਚਲੇ ਜਾਂਦੇ ਆ। ਉਹ ਸਾਨੂੰ ਤਾਂ ਅੱਜ ਤੱਕ ਆਈ ਨਹੀਂ ਸਮਝ ਲੱਗੀ ਵੀ ਇਹਨਾਂ ਦੀ ਹੱਦ ਕਿੱਥੋਂ ਕੁ ਤੱਕ ਆ। ਡਿੱਗਣ ਦੀ ਹੱਦ ਆ ਅਸਲ 'ਚ, ਖੜੇ ਰਹਿਣ ਦੀ ਹੱਦ ਨਹੀਂ ਹੈ ਵੀ ਕਿਤੇ ਵੀ ਡਿੱਗ ਸਕਦੇ ਆ। ਕਿਸੇ ਹੋਟਲ ਦੀ ਜਗ੍ਹਾ 'ਤੇ ਡਿੱਗ ਸਕਦੇ ਆ, ਕਿਸੇ ਵਜ਼ੀਰੀ 'ਤੇ ਡਿੱਗ ਸਕਦੇ ਆ। ਯਾਰ ਪੰਜਾਬ ਲਈ ਵੀ ਇੱਕ ਵਾਰੀ ਡਿੱਗ ਪਾਓ, ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਇੱਕ ਵਾਰੀ ਡਿੱਗ ਪਾਓ। ਮਾਰਨ ਲਈ ਡਿੱਗਦੇ ਆ, ਕਿਤੇ ਬਚਾਉਣ ਲਈ ਵੀ ਡਿੱਗ ਪਾਓ। ਪਾਣੀ ਖਤਮ ਹੁੰਦਾ ਜਾ ਰਿਹਾ। ਪਾਣੀ ਨੂੰ ਲੈ ਕੇ, ਜ਼ਮੀਨੀ ਪਾਣੀ ਨੂੰ ਲੈ ਕੇ ਵੀ ਪਿਛਲੇ ਦਿਨਾਂ ਦੇ ਵਿੱਚ ਚਰਚਾਵਾਂ ਛਿੜੀਆਂ ਕਿ ਕੁਝ 12 ਤੋਂ 15 ਸਾਲ ਸਾਡੇ ਕੋਲ ਹੈਗੇ, ਜਿਸ ਹਿਸਾਬ ਨਾਲ ਪਾਣੀ ਮੁੱਕਦਾ ਜਾ ਰਿਹਾ, ਦਰਿਆਈ ਪਾਣੀ ਖੋਇਆ ਜਾ ਰਿਹਾ। ਰਾਈਪੇਰੀਅਨ ਐਕਟ ਦੇ ਉੱਪਰ ਦੀ ਹੁਣ ਨਵੇਂ ਕਾਨੂੰਨ ਲਿਆਉਣ ਦੀ ਤਿਆਰੀਆਂ ਦੇ ਵਿੱਚ ਹੈ। ਤੇ ਦੂਜੇ ਪਾਸੇ ਜੇ ਅਸੀਂ ਦੇਖੀਏ ਤਾਂ ਖੇਤੀ ਨੂੰ ਵੀ ਹੁਣ ਕਿਤੇ ਨਾ ਕਿਤੇ ਕਾਰਪੋਰੇਟ ਘਰਾਣੇ ਦੇ ਹੱਥਾਂ 'ਚ ਦੇਣ ਦੀ ਤਿਆਰੀ ਪੂਰੀ ਤਰ੍ਹਾਂ ਕਰ ਲਈ ਹੈ ਤੇ ਅਕਾਲੀ ਦਲ ਕੁਝ ਨਹੀਂ ਬੋਲ ਰਿਹਾ। ਕਿਵੇਂ ਦੇਖੀਏ ਕਿ ਪੰਜਾਬ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਤਸਵੀਰ ਕਿਹੋ ਜਿਹੀ ਨਜ਼ਰ ਆ ਰਹੀ ਹੈ ਇਸ ਵੇਲੇ? ਜੇ ਲੋਕ ਜਾਂ ਜਿਹੜੀਆਂ ਸਿਆਸੀ ਧਿਰਾਂ ਇੱਕੋ ਜਿਹੀ ਆਪਣੇ ਕਹਿੰਦੇ ਵੀ ਅਸੀਂ ਇੱਕੋ ਜਿਹੀ ਸੋਚ ਰੱਖਦੇ, ਉਹ ਇਕੱਠੀਆਂ ਨਾ ਹੋਈਆਂ, ਤਾਂ ਕੀ ਤੁਹਾਨੂੰ ਨਜ਼ਰ ਕੀ ਆ ਰਿਹਾ? ਅੱਜ ਜਾਖੜ ਸਾਹਿਬ ਨੇ ਅਨਾਉਂਸ ਕੀਤਾ ਵੀ ਆਲ ਪਾਰਟੀ ਮੀਟਿੰਗ ਹੋਊਗੀ। ਆਲ ਪਾਰਟੀ ਮੀਟਿੰਗ ਇਸ ਮਤੇ ਨੂੰ ਰੱਦ ਕਰ ਸਕਦੀ ਹੈ। ਮੈਂ ਸਤਿਕਾਰ ਕਰਦਾ ਸਾਰੀਆਂ ਪਾਰਟੀਆਂ ਦਾ, ਪਰ ਦੇ ਆਰ ਨਾਟ ਕੰਪੀਟੈਂਟ।
ਜਾਖੜ ਸਾਹਿਬ ਕਾਂਗਰਸ ਰੂਲਿੰਗ ਪਾਰਟੀ ਆ, ਉਹ ਕੰਪੀਟੈਂਟ ਆ। ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਤੁਸੀਂ ਕਹਿੰਦੇ ਅਸੀਂ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਰੌਲਾ ਪਾਵਾਂਗੇ, ਉਹ ਪਹਿਲਾਂ ਉੱਥੇ ਜਾਂਦਿਆਂ ਨੂੰ ਜੇ ਪੁੱਛ ਲਵੇ ਵੀ ਤੁਸੀਂ ਵਿਧਾਨ ਸਭਾ 'ਚ ਰੱਦ ਕਰਿਆ ਏ, ਜੇ ਤੁਸੀਂ ਨਹੀਂ ਕੀਤਾ ਤੁਹਾਡੇ ਘਰ ਆਟਾ ਪਿਆ, ਤੁਸੀਂ ਗੁਆਂਢੀ ਦੇ ਘਰ ਰੋਟੀ ਮੰਗਣ ਚੱਲੇ ਆ। ਪਹਿਲਾਂ ਆਪਣੇ ਘਰ ਵਾਲੀ ਤਾਂ ਬਣਾ ਲਓ, ਪਹਿਲਾਂ ਆਪਣੇ ਘਰ ਜਿਹੜੀ ਤੁਹਾਨੂੰ ਪਾਵਰ ਦਿੱਤੀ ਪੰਜਾਬ ਦੇ ਲੋਕਾਂ ਨੇ ਉਹਨੂੰ ਤਾਂ ਵਰਤ ਲਓ ਪਹਿਲਾਂ। ਦੇ ਵਿੱਚ ਉਹ ਤਿੰਨਾਂ ਆਰਡੀਨੈਂਸਾਂ ਨੂੰ ਤੁਹਾਨੂੰ ਲੱਗਦਾ ਕਿ ਬੁਲਾ ਕੇ ਪੰਜਾਬ ਦਾ ਸਪੈਸ਼ਲ ਸਦਨ ਸੱਦ ਕੇ ਤਾਂ ਉਹਨੂੰ ਕੈਂਸਲ ਕਰ ਦੇਣਾ ਚਾਹੀਦਾ, ਉਸ ਤੋਂ ਬਾਅਦ ਬਾਕੀ ਜਿਹੜੀਆਂ ਪਲੈਨਿੰਗ ਕਰ ਰਹੇ ਹੋ? ਬਾਕੀ ਕੁਝ ਕਰਨ ਦੀ ਲੋੜ ਨਹੀਂ। ਜਿੱਦਣ ਕੈਂਸਲ ਹੋ ਗਿਆ, ਸਟੇਟ ਸਬਜੈਕਟ ਹੈ ਐਗਰੀਕਲਚਰ, ਇਹ ਸਟੇਟ ਸਬਜੈਕਟ ਹੈ। ਇਹ ਤਾਂ ਮੈਂ ਲੋਕਾਂ ਨੂੰ ਮੂਰਖ ਬਣਾਉਂਦੇ ਆ ਵੀ ਹਮ ਮੀਟਿੰਗ ਬੁਲਾਏਂਗੇ, ਹਮ ਦਿੱਲੀ ਲੈ ਜਾਏਂਗੇ। ਇਹ ਗੱਲਾਂ ਜਿਹੜੀਆਂ ਨੇ ਇਹ ਪੰਜਾਬੀ ਹੁਣ ਜਾਖੜ ਸਾਹਿਬ ਸਮਝਦੇ ਆ। ਮੇਰੀ ਤੁਹਾਨੂੰ ਹੱਥ ਜੋੜ ਕੇ ਜਾਖੜ ਸਾਹਿਬ ਬੇਨਤੀ ਹੈ, ਲੋਕਾਂ ਨੂੰ ਮੂਰਖ ਨਾ ਬਣਾਓ ਤੇ ਨਾ ਸਮਝੋ, ਸਿਆਣੇ ਬਣ ਜਾਓ। ਅਖੀਰ ਤੇ ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗੇ। ਨਵਜੋਤ ਸਿੰਘ ਸਿੱਧੂ ਬੜੇ ਲੰਮੇ ਸਮੇਂ ਤੋਂ ਚੁੱਪ ਨੇ, ਇਹ ਚੁੱਪ ਕੀ ਮੰਨੀਏ, ਮਾਇਨੇ ਕੀ ਮੰਨੀਏ? ਤੁਹਾਨੂੰ ਕੀ ਲੱਗਦਾ ਕਿ ਹੁਣ ਤਾਂ ਬਹੁਤ ਸਮਾਂ ਹੋ ਗਿਆ, ਹੁਣ ਤਾਂ ਬੋਲ ਪੈਣਾ ਚਾਹੀਦਾ ਕੁਝ? ਇਹਦੇ ਬਾਰੇ ਤਾਂ ਯਾਰ ਉਹੀ ਦੱਸ ਸਕਦਾ ਹੈ ਨਾ, ਪਰ ਸਮਾਂ ਆਉਣ ਤੇ ਉਹਨੇ ਚੁੱਪ ਰਹਿਣਾ ਨਹੀਂਗਾ। ਮੈਂ ਉਹਨੂੰ ਨੇੜੇ ਹੋ ਕੇ ਜਾਣਦਾ ਆ। ਉਹ ਚੁੱਪ 'ਚ ਵੀ ਇੱਕ ਸਵਾਲ ਆ, ਸਾਰੀ ਪ੍ਰੈਸ ਸਵਾਲ ਕਰਦੀ ਹੈ ਵੀ ਕਿਉਂ ਚੁੱਪ ਆ, ਕਿਉਂ ਚੁੱਪ ਆ, ਕਿਉਂ ਚੁੱਪ ਆ, ਤੇ ਬੋਲੂਗਾ ਉਹ। ਸੱਚਾ ਬੰਦਾ ਬਹੁਤੀ ਦੇਰ ਚੁੱਪ ਵੀ ਨਹੀਂ ਰਹਿ ਸਕਦਾ, ਬੋਲੂਗਾ। ਪਰ ਅਜੇ ਉਹਦੇ ਅਨੁਸਾਰ ਜੇ ਉਹਨੂੰ ਪੁੱਛੋ ਤਾਂ ਜ਼ਿਆਦਾ ਬਿਹਤਰ ਹੈ ਵੀ ਉਹ ਕਿਉਂ ਨਹੀਂ ਬੋਲਦਾ। ਬੋਲਣਾ ਚਾਹੀਦਾ ਉਹਨੂੰ ਵੀ। ਅਕਾਲੀ ਦਲ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਅਕਾਲੀ ਦਲ ਇੱਕੋ ਕੁਰਸੀ ਦੇ ਕਰਕੇ ਆਪਣਾ ਸਾਰਾ ਕੁਝ ਪੰਜਾਬ ਨੂੰ ਦਾਅ 'ਤੇ ਲਾ ਰਿਹਾ, ਸਾਰੇ ਕੁਝ ਆਪਣੇ ਜਿਹੜੇ ਅਸੂਲ ਆ ਉਹਨਾਂ ਨੂੰ ਛਿੱਕੇ 'ਤੇ ਟੰਗ ਰਿਹਾ। ਜਿਹੜੇ ਆ ਟਕਸਾਲੀ ਅਕਾਲੀ ਜਿਹੜੇ ਪਹਿਲਾਂ ਦੇ ਹੁੰਦੇ ਸੀ ਅਕਾਲੀ, ਉਹਨਾਂ ਦੇ ਜਿਹੜੇ ਸਿਧਾਂਤ ਸੀਗੇ ਉਹਨਾਂ ਤੋਂ ਦੂਰ ਹੁੰਦਾ ਜਾ ਰਿਹਾ। ਤੁਹਾਨੂੰ ਕੀ ਲੱਗਦਾ ਸਿਰਫ ਇੱਕ ਵਜ਼ੀਰੀ ਕਾਰਨ ਹੈ ਜਾਂ ਫਿਰ ਹੋਰ ਵੀ ਲੁਕਵੇਂ ਕਾਰਨ ਹੈਗੇ ਨੇ? ਨਹੀਂ, ਸਿੱਧੀ ਵਜ਼ੀਰੀ। ਜੇ ਅੱਜ ਉਹਦੀ ਜਗ੍ਹਾ ਤੇ ਚੰਦੂ ਮਾਜਰਾ ਮੰਤਰੀ ਹੁੰਦਾ ਹੁਣ ਵਾਪਸ ਹੋ ਗਿਆ ਸੀ। ਜੇ ਚੰਦੂ ਮਾਜਰਾ ਸਾਹਿਬ ਮਿਨਿਸਟਰ ਹੁੰਦੇ ਸੈਂਟਰ 'ਚ ਜਾਂ ਕੋਈ ਹੋਰ ABC ਮਿਨਿਸਟਰ ਹੁੰਦਾ ਸੀਨੀਅਰ ਨੇਤਾ, ਪਹਿਲੀ ਤਾਂ ਗੱਲ ਸੀਨੀਅਰਟੀ ਰਹੀ ਨਹੀਂ। ਸੀਨੀਅਰਟੀ ਸਿਰਫ ਇੱਕੋ ਹੀ ਆ ਵੀ ਬਾਦਲ ਪਰਿਵਾਰ ਦਾ ਮੈਂਬਰ ਕੌਣ ਆ। ਦੇਰ ਇਜ਼ ਨੋ ਸੀਨੀਅਰਟੀ ਲਿਸਟ, ਕੋਈ ਸੀਨੀਅਰਟੀ ਨਹੀਂ। ਢੀਂਡਸਾ ਸਾਹਿਬ ਮੇਰਾ ਖਿਆਲ ਬਾਦਲ ਸਾਹਿਬ ਦੇ ਹੋ ਸਕਦਾ ਉਦੋਂ ਸੀਨੀਅਰ ਹੀ ਹੋਣ। ਜੇ ਮੈਂ ਪ੍ਰਧਾਨ ਬਣ ਗਿਆ ਤਾਂ ਮਤਲਬ ਥੋੜ੍ਹੀ ਵੀ ਮੈਂ ਹੀ ਸੀਨੀਅਰ ਹੋ ਗਿਆ। ਸੀਨੀਅਰਟੀ ਸੇਵਾ ਨਾਲ ਗਿਣੀ ਜਾਂਦੀ ਹੈ। ਢੀਂਡਸਾ ਸਾਹਿਬ ਉਹਨਾਂ ਦੇ ਸਾਰੇ ਪਰਿਵਾਰ ਨਾਲੋਂ ਸੀਨੀਅਰ ਸੀਗੇ, ਪਰ ਅਸਤੀਫਾ ਦੇ ਕੇ ਬਾਹਰ ਆਉਣਾ ਪੈ ਗਿਆ। ਕਿਉਂ? ਕੱਲਾ ਕੱਲਾ ਬੱਚਾ ਜਾਣਦਾ ਵੀ ਕਿਉਂ। ਕੱਲਾ ਕੱਲਾ ਬੱਚਾ ਜਾਣਦਾ ਵੀ ਚਾਹੀਦਾ ਸੀ ਕੈਬਨਿਟ ਦੇ ਵਿੱਚ ਪੱਗ ਵਾਲਾ ਮੰਤਰੀ, ਤੇ ਚਲੇ ਗਏ ਉਹ ਲੋਕ ਜਿਨ੍ਹਾਂ ਦੀ ਪਛਾਣ ਨਹੀਂ। ਬੀਬੀ ਤਾਂ ਕੋਈ ਵੀ ਦੁਪੱਟਾ ਲਏਗੀ ਤੇ ਉਹਦੀ ਪਛਾਣ ਨਹੀਂ ਨਾ, ਪੱਗ ਦੀ ਪਛਾਣ ਆ ਵੀ ਇਹ ਸਿੱਖ ਮਿਨਿਸਟਰ ਆ। ਸਿੱਖ ਮਿਨਿਸਟਰ ਨਹੀਂ ਬਣਾਇਆ, ਆਪਣੇ ਪਰਿਵਾਰ ਨੂੰ ਤਰਜੀਹ ਦਿੱਤੀ ਆ। ਇਸੇ ਕਰਕੇ ਜਿਹੜੇ ਸੀਨੀਅਰ ਅਕਾਲੀ ਆ, ਮੈਂ ਉਹਨਾਂ ਦਾ ਸਿਰ ਝੁਕਾ ਕੇ ਸਤਿਕਾਰ ਕਰਦਾ, ਇਸੇ ਕਰਕੇ ਹੀ ਬਾਗੀ ਹੋ ਗਏ। ਅਖੀਰ ਦੇ ਵਿੱਚ ਹੁਣ ਜਿੱਦਾਂ ਤੀਜੇ ਧੜੇ ਦੀਆਂ ਚਰਚਾਵਾਂ ਦੁਬਾਰਾ ਛਿੜ ਗਈਆਂ, ਤੁਹਾਡੇ ਤੱਕ ਯਕੀਨਨ ਆ ਕੇ ਪਹੁੰਚ ਹੋ ਗਈ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਵੀ ਪਹੁੰਚ ਕਰਾਂਗੇ, ਅਸੀਂ ਬੈਂਸ ਭਰਾਵਾਂ ਤੱਕ ਵੀ ਪਹੁੰਚ ਕਰਾਂਗੇ। ਢੀਂਡਸਾ ਪਰਿਵਾਰ, ਢੀਂਡਸਾ ਸਭ ਤੋਂ ਉੱਪਰ ਆਉਂਦੇ ਨੇ, ਰਣਜੀਤ ਸਿੰਘ ਬ੍ਰਹਮਪੁਰਾ ਸਭ ਤੋਂ ਉੱਪਰ ਆਉਂਦੇ ਨੇ। ਤੁਹਾਡੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰੀਏ, ਤੁਹਾਨੂੰ ਕੀ ਲੱਗਦਾ ਕਿਹੜਾ ਬੰਦਾ ਜਿਹੜਾ ਤੀਜੇ ਬਦਲ ਦੀ ਅਗਵਾਈ ਕਰ ਸਕਦਾ? ਆਪਾਂ CM ਚਿਹਰੇ ਦੀ ਨਹੀਂ ਗੱਲ ਕਰਦੇ, ਵੈਸੇ ਤੁਹਾਨੂੰ ਕੀ ਲੱਗਦਾ ਕੌਣ ਅਗਵਾਈ ਕਰ ਸਕਦਾ? ਮੈਂ ਇੱਕ ਬੇਨਤੀ ਕਰਾਂ, ਮੈਂ ਜੇ ਲੋਕ ਇਨਸਾਫ ਪਾਰਟੀ 'ਚ ਦੇਖੀਏ ਮੈਂ ਸੀਨੀਅਰ ਹਾਂ, ਪਰ ਮੈਂ ਆਪਣੇ ਛੋਟੇ ਭਰਾ ਨੂੰ ਪ੍ਰਧਾਨ ਬਣਾਇਆ। ਐਨਰਜੈਟਿਕ ਆ, ਜਿਹੜਾ ਕੰਮ ਉਹ ਮੇਰੇ ਨਾਲੋਂ ਦੁੱਗਣਾ ਕਰਦਾ। ਤੇ ਮੈਨੂੰ ਇਹ ਗੱਲ ਮਨ 'ਚ TV ਤੇ ਕਹਿਣ 'ਚ ਕੀ ਹਰਜ ਆ ਵੀ ਮੇਰੇ ਨਾਲੋਂ ਜ਼ਿਆਦਾ ਐਨਰਜੈਟਿਕ ਆ, ਜ਼ਿਆਦਾ ਕੰਮ ਕਰਦਾ, ਜ਼ਿਆਦਾ ਭੱਜ ਦੌੜ ਕਰ ਸਕਦਾ। ਇਹ ਤਾਂ ਸੀਨੀਅਰ ਅਕਾਲੀ ਜਿਹੜੇ ਆ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਸਿਰ ਜੋੜ ਕੇ ਬਹਿ ਜਾਓ। ਜਿੰਨੀ ਦੇਰ ਸਿਰ ਜੁੜਦੇ ਨਹੀਂ ਉਨੀ ਦੇਰ ਮਨ ਵੀ ਨਹੀਂ ਜੁੜਨੇ। ਜਦੋਂ ਸਿਰ ਜੁੜ ਗਏ, ਧਰਮ 'ਚ ਕਹਿੰਦੇ ਆ ਨਾ ਵੀ ਦੋ ਸਿਰ ਜੁੜ ਗਏ ਮਤਲਬ ਆਨੰਦ ਕਾਰਜ ਹੋ ਗਿਆ, ਤੇ ਫਿਰ ਉਹ ਦੁੱਖ ਸੁੱਖ ਇਕੱਠੇ ਹੀ ਚੱਲਦੇ ਆ ਅਖੀਰਲੇ ਸਾਹ ਤੱਕ। ਤੇ ਜਦੋਂ ਸਿਰ ਜੁੜ ਗਏ ਉਦੋਂ ਮਨ ਜੁੜ ਜਾਣੇ ਆ। ਫਿਰ ਵੱਡੇ ਛੋਟੇ ਦਾ ਸਵਾਲ ਨਹੀਂ। ਫਿਰ ਮੈਨੂੰ ਪਤਾ ਵੀ ਇਹ ਭਰਾ ਜਿਹੜਾ ਇਹ ਜ਼ਿਆਦਾ ਕੰਮ ਕਰ ਸਕਦਾ, ਉਹਨੂੰ ਮੰਨ ਲੈਣਾ ਚਾਹੀਦਾ। ਮੈਨੂੰ ਤਾਂ ਕੋਈ ਹਰਜਾ ਨਹੀਂ। ਸਿੱਧੂ ਸਾਹਿਬ ਨੂੰ ਲਾਇਆ ਜਾ ਸਕਦਾ ਕਿ ਸਿੱਧੂ ਸਾਹਿਬ ਜੇ ਆਉਂਦੇ ਆ ਮੇਰੇ ਵੱਲੋਂ ਤਾਂ ਵੈਲਕਮ ਆ ਜੀ। ਮੈਂ ਕਦੇ, ਮੇਰੇ ਤਾਂ ਉਹ ਪਰਮ ਮਿੱਤਰ ਵੀ ਨੇ, ਭਰਾਵਾਂ ਸਮਾਨ ਆ। ਇਹ ਤਾਂ ਹਾਈਪੋਥੈਟੀਕਲ ਸਵਾਲ ਹੈ ਕਿਉਂਕਿ ਕਾਂਗਰਸ ਛੱਡ ਨਹੀਂ ਰਹੇ। ਜਿੰਨਾ ਚੱਕਰ ਕਾਂਗਰਸ ਛੱਡਣਗੇ ਨਹੀਂ ਉਹਨਾਂ ਚੱਕਰ ਕੋਈ ਅਗਲਾ ਫੈਸਲਾ ਵੀ ਨਹੀਂ ਲਿਆ ਜਾ ਸਕਦਾ। ਨਹੀਂ, ਉਹ ਜ਼ਿਆਦਾ ਵਧੀਆ ਉਹੀ ਦੱਸ ਸਕਦੇ ਆ ਵੀ ਉਹਨਾਂ ਦੇ ਮਨ ਦੀ ਪੋਜੀਸ਼ਨ ਕੀ ਆ। ਮੈਂ ਤਾਂ ਆਪਣੀ ਦੱਸ ਸਕਦਾ ਵੀ ਸਾਡਾ ਤਾਂ ਦਰਵਾਜ਼ਾ ਖੁੱਲ੍ਹਾ। ਸਾਨੂੰ ਤਾਂ ਇਸ ਗੱਲ ਦਾ ਗਿਆਨ ਆ ਵੀ ਜੇ ਇਕੱਠੇ ਨਾ ਹੋਏ ਤਾਂ ਫਿਰ ਕੋਟੀ ਆ। ਕੋਈ ਬੰਦਾ ਚਾਰ ਰੰਗਾ ਘੱਟ ਖਾ ਲਓ, ਕੋਈ ਵੱਧ ਖਾ ਲਓ, ਫਿਰ ਤਾਂ ਕੋਟੀ ਖਾਣੀ ਪੈਣੀ ਆ। ਫਿਰ ਹੋਰ ਕੋਈ ਹੱਲ ਨਹੀਂ ਹੈਗਾ।
ਸੋ ਇਹ ਸਨ ਬਲਵਿੰਦਰ ਬੈਂਸ ਸਾਫ਼ ਤੌਰ ਤੇ ਕਿਹਾ ਕਿ ਤੀਜੇ ਬਦਲ ਦੇ ਹਾਮੀ ਦੇ ਵਿੱਚ ਨੇ ਤੇ ਸਾਫ਼ ਤੌਰ ਤੇ ਇਹ ਵੀ ਕਹਿੰਦੇ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਵੀ ਆ ਜਾਂਦੇ ਨੇ ਤਾਂ ਖੁੱਲੀਆਂ ਬਾਹਾਂ ਦੇ ਨਾਲ ਉਹਨਾਂ ਦਾ ਵੀ ਸਵਾਗਤ ਕਰਨਗੇ, ਪਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਪੰਜਾਬ ਵਾਸੀਆਂ ਨੂੰ ਤੀਜੇ ਬਦਲ ਦੀ ਲੋੜ ਹੈ ਤੇ ਸਮੇਂ ਦੀ ਲੋੜ ਨੂੰ ਜਿੰਨੇ ਵੀ ਆਗੂ ਇਸ ਵੇਲੇ ਅਲੱਗ-ਅਲੱਗ ਚੱਲ ਰਹੇ ਨੇ ਉਹਨਾਂ ਨੂੰ ਇਕੱਠੇ ਹੋ ਕੇ ਸੋਚ ਲੈਣਾ ਚਾਹੀਦਾ, ਤਾਂ ਹੀ ਪੰਜਾਬ ਦਾ ਭਲਾ ਹੋ ਸਕੇਗਾ। ਸਹਿਯੋਗੀ ਸੁਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਚੰਡੀਗੜ੍ਹ।